Allopathic medical education must have a basic understanding of Ayurveda, Yoga and Naturopathy, Unani, Siddha and Homeopathy and vice versa. 4 committees are formed by the Niti Aayog: medical education, medical practice, public health and administration and medical research. When I was the president, I resigned from that committee, seeing the brutality of the exercise. As if this was not enough, then came the CCM amendment to the PG Ayurveda surgery. Of around 58 surgical procedures, in effect, if you take it in total, abdominal laparotomy, gut resection and reanastomosis, gallbladder surgeries, laparoscopic surgeries, surgery, ENT. Now ENT comes all the first sinus surgeries, ophthalmology, the disciplines of Ayurvedic surgeries, and dental surgeries in Shalya Tantra and Shalakya Tantra. They have divided the body into head and neck and the torso. What sort of medicines they are going to use, which sort of equipment they are going to use. This I would blatantly call trivialization of surgical procedures. ਅੱਜ ਸਾਡਾ ਪੰਜਾਬ ਦਾ IMA ਦਾ ਜਿਹੜਾ ਈਅਰਲੀ ਐਨੂਅਲ ਪੀਮਾਕੌਨ ਹੁੰਦੀ ਹੈ, ਅੱਜ 73ਵੀਂ ਪੀਮਾਕੌਨ ਹੋਈ, ਜਿਹੜੀ ਬਹੁਤ ਸਵਿਫਟਲੀ ਹੋਈ। ਇਹ ਜਿਹੜੀ ਪੀਮਾਕੌਨ ਸੀ, ਇਹ 12 ਘੰਟੇ ਸਾਨੂੰ ਕ੍ਰੈਡਿਟ ਆਵਰ ਇਹਦੇ 'ਚ ਐਜੂਕੇਸ਼ਨ ਦੇ ਮਿਲੇ। ਸੋ 15 ਤੇ 16 ਤਰੀਕ ਨੂੰ 2 ਤਰ੍ਹਾਂ ਦੇ ਪ੍ਰੋਗਰਾਮ ਸੀਗੇ, ਜਿਹੜੇ ਆਨਲਾਈਨ ਵੀ ਸੀਗੇ ਤੇ ਆਫਲਾਈਨ ਵੀ ਸੀਗੇ। ਲਗਾਤਾਰ 10 ਵਰਕਸ਼ਾਪਸ ਹੋਈਆਂ, ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਐਕੈਡੈਮਿਕ ਸੈਸ਼ਨ ਹੋਏ। ਇਹਦੇ ਵਿੱਚ ਮੈਂ ਆਪਣੇ ਸਾਰੇ ਪਾਸਟ ਪ੍ਰੈਜ਼ੀਡੈਂਟ, ਆਫਿਸ ਬੀਅਰਰਸ, ਡੈਲੀਗੇਟਸ, ਜਿੰਨੇ ਵੀ ਸਾਡੇ ਸਪਾਂਸਰਰਸ ਤੇ ਜਿੰਨੇ ਵੀ ਪੱਤਰਕਾਰ ਜਿਨ੍ਹਾਂ ਨੇ ਸਾਰਿਆਂ ਨੇ ਸਾਡਾ ਸਾਥ ਦਿੱਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਔਰ ਮੈਂ ਆਸ ਕਰਦਾ ਕਿ ਇੱਦਾਂ ਦੇ ਜਿਹੜੇ ਪ੍ਰੋਗਰਾਮ ਹੈ ਅਗਾਂਹ ਵੀ ਚੱਲਦੇ ਰਹਿਣਗੇ, ਤਾਂ ਜੋ ਜਿਹੜਾ ਹੈਗਾ ਸਾਡਾ ਐਜੂਕੇਸ਼ਨ ਜਿਹੜੀ ਹੈ ਆਪਸ ਦੇ ਵਿੱਚ ਜਿਹੜੀ ਸਾਡੀ ਨੌਲੇਜ ਹੈ ਉਹ ਸ਼ੇਅਰ ਹੁੰਦੀ ਰਹੇ ਔਰ ਤੁਹਾਡੇ ਭਰਾਵਾਂ ਦਾ ਸਾਥ ਮਿਲਦਾ ਰਹੇ, ਤਾਂ ਜੋ ਲੋਕਾਂ ਤੱਕ ਇਹ ਮੈਸੇਜ ਜਾਂਦਾ ਰਹੇ। ਔਰ ਦੂਜੀ ਗੱਲ ਮੈਂ ਕਹਿਣੀ ਚਾਹੂੰਗਾ ਅੱਜ ਕਿ ਕਰੋਨਾ ਦੀ ਜਿਹੜੀ ਲੜਾਈ ਆਪਾਂ ਸ਼ੁਰੂ ਕੀਤੀ ਸੀ, ਉਹ ਲੜਾਈ ਦੀ ਜਿੱਤ ਦੇ ਆਪਾਂ ਲੱਗੇ ਹਾਂ। ਕਰੋਨਾ ਵੈਕਸੀਨ ਆ ਗਿਆ, ਇਹਦੇ ਵਹਿਮਾਂ ਭਰਮਾਂ 'ਚ ਨਾ ਪਿਆ ਜਾਵੇ। ਕੱਲ੍ਹ ਅਸੀਂ ਐਜ਼ ਅ IMA ਪੰਜਾਬ ਪ੍ਰੈਜ਼ੀਡੈਂਟ ਮੈਂ ਸਭ ਤੋਂ ਪਹਿਲਾਂ ਟੀਕਾ ਲਵਾਇਆ ਸੀ, ਤੁਸੀਂ ਸਾਰਿਆਂ ਨੇ ਉੱਥੇ ਕੀਤਾ। ਸਾਡੇ ਡਾਕਟਰ ਬਖਸ਼ੀ ਨੇ, ਉਹਨਾਂ ਨੂੰ ਅਸੀਂ ਤਾਂ ਲਵਾਇਆ ਸੀਗਾ ਕਿ ਲੋਕਾਂ ਨੂੰ ਜਿਹੜਾ ਹੁੰਦਾ ਵੀ ਸ਼ੂਗਰ ਹੈ, ਮੋਰਬਿਡ ਹੈ, ਬਹੁਤ ਵੇਟ ਜ਼ਿਆਦਾ, ਉਹਨਾਂ ਦੇ ਵੀ ਲਵਾਇਆ ਕਿ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਸੋ ਸਾਇੰਸ 'ਤੇ ਵਿਸ਼ਵਾਸ ਰੱਖੀਏ, ਆਪੇ ਸਭ ਠੀਕ ਹੋਏ। ਥੈਂਕ ਯੂ। ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਕੀ ਪਰਪਸ ਕੀ ਸੀ? ਇਹ ਜਿਹੜੀ ਐਜੂਕੇਸ਼ਨਲ ਪਰਪਸ ਤੇ ਸਾਡੇ ਜਿਹੜੇ ਹੋਰ ਜਿਹੜੇ ਇਸ਼ੂਜ਼ ਹੈਗੇ ਜਿਹੜੇ ਗਵਰਨਮੈਂਟ ਦੇ ਨਾਲ ਅਸੀਂ ਉਹ ਡਿਸਕਸ ਕਰਦੇ ਹਾਂ। ਸੋ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ, ਜਿੱਦਾਂ ਭਾਈ ਸਾਹਿਬ ਨੇ ਆਯੁਸ਼ਮਾਨ ਸਕੀਮ ਬਾਰੇ ਗੱਲ ਕੀਤੀ ਸੀ, ਉਹਦੇ ਬਾਰੇ ਇੰਟਰਨਲ ਡਿਸਕਸ਼ਨਸ ਹੋਈਆਂ ਕਿ ਅਸੀਂ ਕੀ ਗਵਰਨਮੈਂਟ ਨੂੰ ਫੀਡਬੈਕ ਦਈਏ ਕਿ ਜਿਹੜਾ ਲੋਕਾਂ ਦੇ ਵਿੱਚ ਇਹ ਕਨਫਿਊਜ਼ਨ ਪੈਦਾ ਕੀਤਾ ਹੋਇਆ। ਕਨਫਿਊਜ਼ਨ ਕੀ ਹੈ ਕਿ ਬੰਦੇ ਨੂੰ ਦੱਸਤਾ ਗਿਆ ਕਿ ਤੇਰਾ 5 ਲੱਖ ਤੱਕ ਦਾ ਇਲਾਜ ਫ੍ਰੀ ਹੋਏਗਾ, ਸਾਨੂੰ ਕਹਿ ਦਿੱਤਾ ਗਿਆ ਵੀ ਇਸ ਆਪਰੇਸ਼ਨ ਦੇ ਤੈਨੂੰ 8000 ਹੀ ਮਿਲਣਗੇ। ਹੁਣ ਪ੍ਰੋਬਲਮ ਕੀ ਹੈ ਕਿ ਉਹਦੇ ਵਿੱਚ ਉਹ ਪੋਸੀਬਿਲਿਟੀ ਨਹੀਂ ਹੈਗੀ, ਉਹਦੇ ਕਰਕੇ ਮਿਸਕਨਸੈਪਸ਼ਨ ਫੈਲ ਰਹੀ। ਉਹ ਵੀ ਅੱਜ ਅਸੀਂ ਸਾਰਾ ਏਜੰਡਾ ਬਣਾ ਕੇ ਸਾਰਾ ਕੁਝ ਕਰਕੇ ਅਸੀਂ ਸਰਕਾਰ ਨੂੰ ਸੈਕਟਰੀ ਸਾਹਿਬ ਨੂੰ ਦਿੱਤਾ ਔਰ ਉਹਦੇ ਲਈ ਉਹਨਾਂ ਨਾਲ ਗੱਲ ਕੀਤੀ ਹੈ ਕਿ ਕਮੇਟੀ ਬਣਾਈ ਜਾਵੇ ਜਿਹੜੀ ਰਿਵਿਊ ਕਰੇ। ਜੇ ਆਪਾਂ ਨੂੰ ਪੇਟ ਭਰਨ ਲਈ 4 ਰੋਟੀਆਂ ਚਾਹੀਦੀਆਂ, ਜੇ ਹਸਪੀਟਲ ਨੂੰ ਕੋਈ ਸਰਜਰੀ ਨੋ ਪ੍ਰੋਫਿਟ ਨੋ ਲਾਸ 'ਤੇ ਵੀ ਉਹਦੀ ਪੇਮੈਂਟ ਕਰਤੀ ਜਾਵੇ। ਤੇ ਮੈਨੂੰ ਲੱਗਦਾ ਕਿ ਆਪਾਂ ਜਿੱਥੇ ਇੰਨੇ ਕੈਂਪ ਲਾਉਂਦੇ ਆ, ਡਾਕਟਰ ਇੰਨਾ ਟ੍ਰੀਟਮੈਂਟ ਫ੍ਰੀ ਦਿੰਦੇ ਆ, ਦਵਾਈਆਂ ਫ੍ਰੀ ਦਿੰਦੇ ਆ, ਜੇ ਉਹਨਾਂ ਨੂੰ ਪੱਲਿਓਂ ਪੈਸੇ ਨਾ ਪੈਣ ਤੇ ਉਹ ਇਹ ਸਕੀਮ ਨੂੰ ਵੀ ਬਹੁਤ ਚੰਗੀ ਤਰ੍ਹਾਂ ਲਾਗੂ ਕਰਕੇ ਕਾਮਯਾਬ ਕਰਨਗੇ। ਥੈਂਕ ਯੂ। ਜਿਹੜਾ ਅੱਜ ਦੇ ਫੰਕਸ਼ਨ ਬਾਰੇ ਤੇ ਮੈਨੂੰ ਬੜੀ ਖੁਸ਼ੀ ਹੋਈ, ਅੱਜ ਮੈਂ ਜਲੰਧਰ ਦੇ ਵਿੱਚ IMA ਦੇ ਇਸ ਫੰਕਸ਼ਨ ਦੇ ਵਿੱਚ ਸ਼ਿਰਕਤ ਕੀਤੀ ਹੈ। IMA ਨੇ ਇਸ ਕੋਵਿਡ ਦੇ ਮਹਾਮਾਰੀ ਦੇ ਦੌਰਾਨ ਸਾਡੇ ਸਿਹਤ ਵਿਭਾਗ ਨੂੰ ਬਹੁਤ ਮਦਦ ਕੀਤੀ। ਇਹਨਾਂ ਨੇ ਇੱਕ ਆਪਣਾ ਸਪੈਸ਼ਲ ਇੱਕ ਹਸਪੀਟਲ ਵੀ ਬਣਾਇਆ ਜਿਹਦੇ ਚ ਕੋਵਿਡ ਪੇਸ਼ੈਂਟ ਨੂੰ ਠੀਕ ਕੀਤਾ ਗਿਆ। ਔਰ ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਜਿੰਨੇ ਵੀ ਮੈਂਬਰ ਸੀ ਉਹਨਾਂ ਨੂੰ ਫ੍ਰੀ OPD ਕਰਨ ਦੇ ਲਈ ਵੀ ਉਹਨਾਂ ਨੂੰ ਮੋਟੀਵੇਟ ਕੀਤਾ। ਔਰ ਇਸ ਤੋਂ ਇਲਾਵਾ ਜਿੰਨੇ ਪ੍ਰਾਈਵੇਟ ਹਸਪੀਟਲਸ ਹੈ ਉਹਨਾਂ ਨੇ ਬੜੀ ਅੱਛੀ ਮਦਦ ਕੀਤੀ ਸਰਕਾਰ ਦੀ ਇਸ ਕੋਵਿਡ ਨੂੰ ਮੈਨੇਜਮੈਂਟ ਕਰਨ ਦੇ ਵਿੱਚ। ਸੋ ਅੱਜ ਮੈਂ ਇਹਨਾਂ ਨੂੰ 2 ਆਪਣੀਆਂ ਬੇਨਤੀਆਂ ਕੀਤੀਆਂ ਸੀ ਕਿ ਇੱਕ ਤਾਂ ਕੋਵਿਡ ਦਾ ਅਜੇ ਪ੍ਰਕੋਪ ਜਾਰੀ ਹੈ, ਸੋ ਤੁਸੀਂ ਇਹ ਜਿਹੜੀ ਮਦਦ ਹੈ ਇਹਨੂੰ ਜਾਰੀ ਰੱਖੋ ਔਰ ਪਬਲਿਕ ਨੂੰ ਬੈਸਟ ਜੋ ਦੱਸ ਸਕਦੇ ਹੋ ਇਸ ਦੇ ਬਾਰੇ ਉਹ ਦੱਸੋ, ਤਾਂ ਕਿ ਕਿਸੇ ਤਰ੍ਹਾਂ ਦੇ ਕੋਈ ਰਿਊਮਰਸ ਅਗਰ ਅਫਵਾਹਾਂ ਫੈਲਦੀਆਂ ਉਹਨਾਂ ਨੂੰ ਆਪਾਂ ਹਟਾ ਸਕੀਏ। ਦੂਸਰਾ ਗੱਲ ਸੀ ਕਿ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਕਿ ਸਭ ਤੋਂ ਪਹਿਲਾਂ ਸਾਡੇ ਜਿਹੜੇ ਹੈਲਥ ਕੇਅਰ ਵਰਕਰਸ ਹੈ ਉਹਨਾਂ ਨੂੰ ਵੈਕਸੀਨ ਦਿੱਤੀ ਜਾਏਗੀ, ਉਹ 16 ਤਰੀਕ ਤੋਂ ਸ਼ੁਰੂ ਹੋ ਗਿਆ। ਸੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਗਰ ਕੋਈ ਅਫਵਾਹਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਹਨ
ਉਹਨਾਂ ਨੂੰ ਕਾਊਂਟਰ ਕਰਨ ਦੇ ਵਿੱਚ IMA ਤੋਂ ਬੈਸਟ ਕੋਈ ਹੋਰ ਨਹੀਂ ਹੋ ਸਕਦਾ। ਸੋ ਸਾਰਿਆਂ ਨੂੰ ਮੈਂ ਅੱਜ ਅਪੀਲ ਕੀਤੀ ਹੈ ਕਿ ਤੁਸੀਂ ਖੁਦ ਵੈਕਸੀਨ ਲਗਵਾਓ, ਔਰ ਜੋ ਵੀ ਤੁਹਾਡੇ ਕੋਲ ਆਉਂਦੇ ਆ ਕੰਟੈਕਟ ਵਿੱਚ, ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ, ਉਹਨਾਂ ਸਾਰਿਆਂ ਨੂੰ ਦੱਸੋ ਕਿ ਇਹ ਵੈਕਸੀਨ ਬਿਲਕੁਲ ਸੇਫ ਹਨ, ਇਹ ਵੈਕਸੀਨ ਬਿਲਕੁਲ ਇਫੈਕਟਿਵ ਹੈ। ਸੋ ਇਹਦੇ ਕੋਈ ਸਾਈਡ ਇਫੈਕਟ ਨਹੀਂ ਹਨ। ਕਦੀ ਮਾਮੂਲੀ ਕਿਸੇ ਨੂੰ ਕੋਈ ਦਰਦ ਹੋ ਗਿਆ ਜਾਂ ਕੋਈ ਛੋਟਾ ਮੋਟਾ ਬੁਖਾਰ ਹੋ ਗਿਆ, ਉਹ ਆਮ ਹੁੰਦੇ ਆ, ਉਹ ਕਿਸੇ ਵੀ ਵੈਕਸੀਨ ਦੇ ਨਾਲ ਹੋ ਜਾਂਦੇ ਆ। ਸੋ ਇਹ ਇਹਨਾਂ ਨੇ ਅੱਜ ਮੈਨੂੰ ਭਰੋਸਾ ਦਿਲਾਇਆ ਕਿ ਇਹ ਇਸ ਮੁਹਿੰਮ ਦੇ ਵਿੱਚ ਪੂਰਾ ਸਾਥ ਦੇਣਗੇ, ਔਰ ਕੱਲ੍ਹ ਤੋਂ ਜੋ ਵੈਕਸੀਨ ਦੀ ਦੁਬਾਰਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਉਹਦੇ ਵਿੱਚ ਹੈਲਥ ਕੇਅਰ ਵਰਕਰਸ ਨੂੰ ਮੋਟੀਵੇਟ ਕਰਕੇ ਵੈਕਸੀਨ ਦਿਲਾਵਾਂਗੇ। ਸਾਡਾ ਮੇਨ ਮਕਸਦ ਇਸ ਦੇ ਵਿੱਚ ਇਹ ਹੈ ਕਿ ਜੋ ਹੈਲਥ ਕੇਅਰ ਵਰਕਰਸ ਹੈ ਉਹ ਬਿਲਕੁਲ ਫਰੰਟ ਤੇ ਕੰਮ ਕਰਦੇ ਆ, ਕੋਵਿਡ ਪੇਸ਼ੈਂਟ ਦੇ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਹਨ। ਸੋ ਉਹਨਾਂ ਨੂੰ ਅਸੀਂ ਵੈਕਸੀਨ ਦੇ ਕੇ ਉਹਨਾਂ ਨੂੰ ਸੇਫ ਕਰੀਏ, ਤਾਂ ਕਿ ਉਹ ਜਿਹੜੇ ਹੋਰ ਕੋਵਿਡ ਪੇਸ਼ੈਂਟ ਆ ਰਹੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੀਟ ਕਰ ਸਕਣ। ਸਰ ਕੀ ਕਾਰਨ ਕਿ ਵੈਕਸੀਨ ਦਾ ਪਹਿਲੇ ਦਿਨ ਸੀ ਤੇ ਜੋ ਟਾਰਗੇਟ ਸੀ ਉਹ ਵੀ ਪੂਰਾ ਨਹੀਂ ਹੋਇਆ ਪਾਇਆ ਤੇ ਲੋਕੀ ਫਿਰ ਵੀ ਵੈਕਸੀਨ ਨਹੀਂ ਲਗਵਾ ਰਹੇ, ਜਾਂ ਜਿਹੜਾ ਆਪਣਾ ਸਟਾਫ ਪੂਰਾ ਨਹੀਂ ਲਗਵਾ ਰਿਹਾ ਵੈਕਸੀਨ? ਉਹਦੇ 2-3 ਕਾਰਨ ਸੀਗੇ ਜੀ। ਕੱਲ੍ਹ ਜੋ ਵੈਕਸੀਨ ਦੇ ਵਿੱਚ ਘੱਟ ਸਾਡਾ ਟਾਰਗੇਟ ਨਹੀਂ ਹੋਇਆ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਅਸੀਂ ਕਾਫੀ ਲੇਟ ਸ਼ੁਰੂ ਕੀਤਾ, 11:30 ਵਜੇ ਤੋਂ ਬਾਅਦ ਸ਼ੁਰੂ ਕੀਤਾ ਸੀ। ਦੂਸਰਾ, ਕਿਉਂਕਿ ਇਹ ਇੱਕ ਬਹੁਤ ਵੱਡਾ ਆਨਲਾਈਨ ਪੋਰਟਲ ਹੈ ਕੋਵਿਨ, ਉਹਦੇ ਉੱਤੇ ਸਾਰੇ ਬੈਨੀਫਿਸ਼ਰੀ ਰਜਿਸਟਰਡ ਹਨ। 1,74,000 ਹੈਲਥ ਕੇਅਰ ਬੈਨੀਫਿਸ਼ਰੀ ਰਜਿਸਟਰਡ ਹਨ। ਸੋ ਉਹਨਾਂ ਦਾ ਜਿਹੜਾ ਪੋਰਟਲ ਚੱਲਣ ਦੇ ਵਿੱਚ ਕੋਈ ਗਲਿਚਿਸ ਆ ਰਹੀਆਂ ਸੀ ਟੈਕਨੀਕਲ, ਉਸ ਕਰਕੇ ਜਿਹੜਾ ਬੈਨੀਫਿਸ਼ਰੀ ਦਾ ਡਾਟਾ ਉੱਥੋਂ ਨਹੀਂ ਹੋ ਰਿਹਾ ਸੀ ਡਾਊਨਲੋਡ। ਸੋ ਉਹਨੂੰ ਫਿਰ ਅਸੀਂ ਰਿਕੁਐਸਟ ਕਰਕੇ ਉਹਨੂੰ ਆਫਲਾਈਨ ਕਰਕੇ ਉਹਨਾਂ ਦੀ ਕੀਤੀ ਹੈ ਵੈਕਸੀਨੇਸ਼ਨ, ਔਰ ਫਿਰ ਜਿਵੇਂ ਪੋਰਟਲ ਠੀਕ ਹੋਇਆ ਉਹਨਾਂ ਦਾ ਡਾਟਾ ਅਪਲੋਡ ਕਰ ਦਿੱਤਾ ਗਿਆ। ਤੀਸਰੀ ਜਿਹੜੀ ਗੱਲ ਮੈਂ ਕਰ ਰਿਹਾ ਉਹ ਇਹ ਹੈ ਕਿ ਕਿਉਂਕਿ ਇਹ ਫਸਟ ਟਾਈਮ ਵੈਕਸੀਨ ਇਸ ਜਿਹੜੀ ਕਰੋਨਾ ਵਾਸਤੇ ਬਣੀ ਹੈ, ਸੋ ਇਹਦੇ ਬਾਰੇ ਕੁਝ ਲੋਕਾਂ ਦੇ ਵਿੱਚ ਹੈਜ਼ੀਟੇਸ਼ਨ ਸੀ। ਸੋ ਲੋਕ ਅਜੇ ਵੀ ਇਸ ਚੀਜ਼ ਨੂੰ ਉਹ ਸਾਡੇ ਹੈਲਥ ਕੇਅਰ ਵਰਕਰਸ ਇਹ ਦੇਖ ਰਹੇ ਸੀ ਕਿ ਇਹ ਕੋਈ ਪਹਿਲਾਂ ਅੱਗੇ ਆਵੇ ਤੇ ਫਿਰ ਮੈਂ ਲਗਾਵਾਂ। ਸੋ ਉਹ ਜਿਵੇਂ ਹੀ ਸਾਡੇ ਡਾਕਟਰਸ ਕੁਝ ਹਾਂਜੀ ਸਰ, ਤੁਸੀਂ ਅੱਜ ਪ੍ਰੈਜ਼ੀਡੈਂਟ ਦੇ ਤੌਰ ਤੇ ਅਹੁਦਾ ਸੰਭਾਲਿਆ, ਆਪਣੇ ਕੀ ਹੁਣ ਮੇਨ ਰਹੂਗਾ, ਆਪਣਾ ਟਾਰਗੇਟ ਰਹੂਗਾ ਜਿਹੜੇ ਡਾਕਟਰਾਂ ਨੂੰ ਦਿੱਕਤ ਆਉਂਦੀ ਹੈ, ਜਾਂ ਜਨਤਾ ਨੂੰ ਕੀ ਸੁਵਿਧਾ ਦੇਵੋਗੇ ਤੁਸੀਂ? ਦੇਖੋ ਜੀ, ਇਸ ਵੇਲੇ ਤੇ ਟਾਪ ਪ੍ਰਾਇੋਰਟੀ ਜਿਹੜੀ ਹੈ ਉਹ ਤੇ ਸਾਡੀ ਹੈਗੀ ਹੈ ਕੋਵਿਡ ਵੈਕਸੀਨੇਸ਼ਨ। ਸਭ ਤੋਂ ਪਹਿਲੇ ਤੇ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ, ਲੋਕਾਂ 'ਚ ਪ੍ਰਚਲਿਤ ਕਰ ਰਹੇ ਹਾਂ, ਲੋਕਾਂ ਨੂੰ ਸਮਝਾਉਂਦੇ ਹਾਂ ਵੀ ਇਹ ਵੈਕਸੀਨ ਬਹੁਤ ਜ਼ਰੂਰੀ ਹੈ ਔਰ ਇਹਨੂੰ ਹਰ ਆਦਮੀ ਨੂੰ ਲਗਵਾਉਣਾ ਚਾਹੀਦਾ ਹੈ, ਜਿਨ੍ਹਾਂ ਲਈ ਵੀ ਈਅਰ ਮਾਰਕ ਕੀਤੀ ਗਈ, ਲਾਈਕ ਹੈਲਥ ਵਰਕਰਸ, ਪੀਪਲ ਅਬਵ 50, ਪੀਪਲ ਵਿਦ ਕੋਮੋਰਬਿਡਿਟੀਜ਼ ਐਟਸੈਟਰਾ। ਦੂਸਰਾ ਸਾਡੀ ਪ੍ਰਾਇੋਰਟੀ ਹੈ ਡਾਕਟਰਸ ਪੇਸ਼ੈਂਟ ਰਿਲੇਸ਼ਨਸ਼ਿਪ, ਉਹਨੂੰ ਸੁਧਾਰਨਾ। ਪਿਛਲੇ ਕੁਝ ਸਮੇਂ ਤੋਂ ਸੁਣਦੇ ਆਏ ਹਾਂ due to media, due to some politically ਇਹੋ ਜਿਹੇ ਅਨਸਰ ਆ ਜਾਂਦੇ ਨੇ ਵਿੱਚ, ਜਿਨ੍ਹਾਂ ਕਰਕੇ ਮੋਸਟਲੀ ਜਦੋਂ ਵੀ ਹਸਪੀਟਲ ਦੇ ਵਿੱਚ ਕੋਈ ਬਿੱਲ ਬਣਦਾ ਹੈ ਜਾਂ ਕੋਈ ਪੇਸ਼ੈਂਟ ਦੀ ਮੌਤ ਹੁੰਦੀ ਹੈ, ਲੋਕ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਨੇ। ਸ਼ਾਇਦ ਉਹਦੇ ਪਿੱਛੇ ਥੋੜ੍ਹਾ ਬਹੁਤਾ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਾਡੀ ਕੇਅਰ ਨਹੀਂ ਪ੍ਰੋਪਰ ਹੋਈ ਜਾਂ ਸਾਨੂੰ ਓਵਰਚਾਰਜ ਕੀਤਾ ਗਿਆ। ਅਸੀਂ ਇਸ ਚੀਜ਼ ਨੂੰ ਸਮਝਾਉਣ ਲਈ ਇੱਕ ਮੀਡੀਆ ਦੇ ਥਰੂ ਹੀ ਪ੍ਰਚਾਰ ਕਰਨ ਜਾ ਰਹੇ ਕਿ ਅੱਜ ਜ਼ਮਾਨਾ ਸਾਰਾ ਪਬਲਿਕ ਰਿਲੇਸ਼ਨਸ ਦਾ, ਪ੍ਰਚਾਰ ਦਾ, ਮੀਡੀਆ ਦਾ। ਸੋ ਇਹਨੂੰ ਅਸੀਂ ਵੀ ਆਰ ਗੋਇੰਗ ਟੂ ਐਕਸਪਲੋਇਟ ਇਟ ਟੂ ਦ ਹਿਲਟ। ਤੀਸਰੀ ਮੇਰੀ ਜਿਹੜੀ ਕੋਸ਼ਿਸ਼ ਇਹ ਹੋਏਗੀ, ਹਾਲਾਂਕਿ ਇਹ ਸਾਡੀ ਇਕੱਲਿਆਂ ਦੀ ਕੋਸ਼ਿਸ਼ ਨਾਲ ਕੁਛ ਨਹੀਂ ਬਣਨਾ, ਇੱਕ ਜਿਹੜੇ ਨੋਰਮਸ ਨੇ ਪੋਲਿਊਸ਼ਨ ਕੰਟਰੋਲ ਵਾਲਿਆਂ ਦੇ, ਲਾਈਕ STP, ETPs ਵਗੈਰਾ, ਉਹਨਾਂ ਨੂੰ ਥੋੜ੍ਹਾ ਡਾਇਲੂਟ ਕਰਾਇਆ ਜਾਵੇ। ਹਰ ਕਾਰਪੋਰੇਸ਼ਨ ਵਾਲੇ ਨੂੰ ਜਿਨ੍ਹਾਂ ਨੇ ਕਿ ਇਹ ਡਿਕਲੇਅਰ ਕੀਤਾ ਵੀ ਅਸੀਂ ਸੈਂਟਰਲ ਆਪਣਾ ਸੀਵਰੇਜ ਪਲਾਂਟ ਖੋਲ੍ਹਾਂਗੇ, ਕਾਮਨ ਸੀਵਰੇਜ ਪਲਾਂਟ ਹਰ ਕਾਰਪੋਰੇਸ਼ਨ 'ਚ, ਹਰ ਮਿਊਨਿਸਪੈਲਿਟੀ ਵਾਲੇ ਕਰਨਗੇ, ਉਹ ਜਲਦੀ ਕਰਨ, ਕਿਉਂਕਿ ਉਹਨਾਂ ਦੀ ਡੈਡਲਾਈਨ ਲੰਘ ਚੁੱਕੀ ਹੈ। ਉਹ ਜਲਦੀ ਇਹਨੂੰ ਨੇਪਰੇ ਚਾੜਨ ਤਾਂ ਕਿ ਛੋਟੇ ਛੋਟੇ ਹਸਪਤਾਲਾਂ ਨੂੰ ਇੰਨੇ ਪੈਸੇ ਖਰਚ ਕੇ ਸ਼ਹਿਰ ਦੇ ਵਿੱਚ STP ਲਗਾ ਲਈ ਮਜਬੂਰ ਨਾ ਕੀਤਾ ਜਾਵੇ। ਨੈਕਸਟ ਜਿਹੜਾ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਬਣਿਆ, ਉਹਦੀਆਂ ਅਸੀਂ ਥੋੜ੍ਹੀ ਜਿਹੇ ਰੂਲਸ ਬਣਨੇ ਜਿਹੜੇ, ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਟੇਟ ਲੈਵਲ 'ਤੇ ਮੋਡੀਫਾਈ ਕਰਾਇਆ ਜਾਵੇ, ਤਾਂ ਕਿ ਉਹ ਜਿਹੜੇ 50 ਬੈੱਡ ਤੋਂ ਛੋਟੇ ਹਸਪਤਾਲ ਉਹਨਾਂ 'ਤੇ ਬਿਲਕੁਲ ਹੀ ਲਾਗੂ ਨਾ ਹੋਵੇ, ਅਤੇ ਜਿਹੜੇ 50 ਤੋਂ ਉੱਪਰ ਹੈਗੇ ਉਹ ਵੀ ਉਹਨਾਂ ਹਸਪਤਾਲਾਂ 'ਤੇ ਲਾਗੂ ਹੋਵੇ ਜਿਹੜੇ ਕਾਰਪੋਰੇਟ ਚਲਾ ਰਹੇ ਨੇ, ਬਿਜ਼ਨਸਮੈਨ ਚਲਾ ਰਹੇ ਨੇ ਜਾਂ ਨੌਨ ਡਾਕਟਰ ਚਲਾ ਰਹੇ ਨੇ। ਉਸ ਤੋਂ ਬਾਅਦ IMA ਦੇ ਪਰਸਨਲ ਜਿਹੜੇ ਹੈਗੇ ਸਾਡੇ ਆਪਣੇ ਵੀ ਮੈਂਬਰਸ਼ਿਪ ਡਰਾਈਵ ਅਸੀਂ ਕਿਵੇਂ ਕਰਨੀ ਹੈ, ਕਿੰਨੇ ਕੁ ਅਸੀਂ ਮੈਂਬਰ ਬਣਾਉਣੇ ਨੇ, ਉਹ ਮੇਰਾ ਟੀਚਾ ਹੈ। ਘੱਟੋ ਘੱਟ 1000 ਮੈਂਬਰ
ਇਸ ਸਾਲ ਦੇ ਵਿੱਚ ਹੋਰ ਵੱਧਦੇ ਸਾਡੇ ਆਲਰੇਡੀ ਸਾਡੇ ਕੋਲ 9000 ਮੈਂਬਰ ਹੈ ਨੇ ਪੰਜਾਬ 'ਚ 65 ਬ੍ਰਾਂਚਿਸ ਨੇ ਸਾਡੀਆਂ। ਉਸ ਤੋਂ ਬਾਅਦ ਅਸੀਂ ਰੋਟਰੀ ਕਲੱਬ ਨਾਲ ਇਸ ਸਾਲ MOU ਸਾਈਨ ਕੀਤਾ ਸਰਵਾਈਕਲ ਕੈਂਸਰ ਵੈਕਸੀਨੇਸ਼ਨ ਫॉर ਦੀ ਗਰਲ ਚਾਈਲਡ 9 ਤੋਂ ਲੈ ਕੇ 14 ਸਾਲ ਦੇ ਬੱਚਿਆਂ ਲਈ। ਉਹਨਾਂ ਨੂੰ ਅਸੀਂ ਦੋ ਜਗ੍ਹਾ ਅੰਮ੍ਰਿਤਸਰ 'ਚ ਈਅਰਮਾਰਕ ਕਰ ਲਈਆਂ, ਬਾਕੀ ਇੱਧਰ ਕਰ ਰਹੇ ਹਾਂ ਅਸੀਂ JNK 'ਚ, ਹਿਮਾਚਲ 'ਚ ਘੱਟੋ ਘੱਟ 1000 ਬੱਚੀ ਨੂੰ ਅਸੀਂ ਸਰਵਾਈਕਲ ਕੈਂਸਰ ਦੀ ਵੈਕਸੀਨ ਦੇਣੀ ਫ੍ਰੀ ਆਫ ਕਾਸਟ। ਰਾਈਟ, ਇਹ ਸਾਡਾ ਰੋਟੀ ਸਰ ਇਹ ਕਹਿੰਦਾ ਹੁੰਦਾ ਕਿ ਜਿਹੜਾ ਆਯੁਸ਼ਮਾਨ ਸਕੀਮ ਹੈ ਜਾਂ ਹੋਰ ਗਵਰਨਮੈਂਟ ਸਕੀਮ ਹੈ, ਕੁਝ ਹਸਪੀਟਲ ਵਾਲੇ ਉਹਨੂੰ ਮੇਈ ਲਾਗੂ ਨਹੀਂ ਕਰਵਾਉਂਦੇ ਤੇ ਪਬਲਿਕ ਨੂੰ ਦਿੱਕਤ ਆਉਂਦੀ, ਉਹਨੂੰ ਲੈ ਕੇ ਆਪਾਂ ਕੀ ਕਦਮ ਕਰਾਂਗੇ? ਮੈਂ ਤੁਹਾਨੂੰ ਇਹ ਬੜਾ ਟੱਚੀ ਜਿਹਾ ਕੁਐਸਚਨ ਆ। ਦੇਖੋ ਇਸ ਤਰ੍ਹਾਂ ਪ੍ਰਾਈਵੇਟ ਹਸਪੀਟਲ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਪੈਸਾ, ਹਰ ਡਾਕਟਰ ਹਰ ਹਸਪੀਟਲ ਵਾਲਾ ਜਿਹੜਾ ਡਾਕਟਰ ਹੈ ਉਹ ਅੰਡਰ ਡੈਪਟ ਹੁੰਦਾ, ਉਹ ਖਰਚੇ ਹੀ ਨਹੀਂ ਪੂਰੇ ਹੁੰਦੇ। ਤੇ ਜਿਹੜੇ ਆਯੁਸ਼ਮਾਨ ਸਕੀਮ ਵਾਲੇ ਖਰਚੇ ਜੇ ਗਵਰਨਮੈਂਟ ਸਾਨੂੰ ਚਾਰजेस ਦਿੰਦੀ ਹੈ, ਉਹ ਤੇ ਬੇਸਿਕ ਵੀ ਖਰਚਾ ਪੂਰਾ ਨਹੀਂ ਕਰਦਾ। ਤੁਸੀਂ ਦੇਖੋ ਨਾ 1600 ਰੁਪਈਆ ਪਰ ਡੇ ਦੇ ਵਿੱਚ ਤੁਸੀਂ ਮਰੀਜ਼ ਨੂੰ ਦਵਾਈ ਵੀ ਦਿਓ, ਉਹਦੀ ਕੰਸਲਟੇਸ਼ਨ ਵੀ ਦਿਓ, ਸਭ ਕੁਝ ਦਿਓ। ਅੱਜ ਜ਼ਮਾਨੇ 'ਚ ਕਿੱਥੇ ਪੂਰੀ ਪੈ ਸਕਦੀ? ਸਰ ਇਹਨੂੰ ਲੈ ਕੇ ਜੇ ਤੁਸੀਂ 3300 3500 3600 ਰੁਪਏ ਤੁਸੀਂ ICU ਦਾ ਦੇ ਦਿਓ, ਵਿੱਚੇ ਮੈਡੀਸਿਨ ਦੇ ਵਿੱਚੇ ਕੰਸਲਟੇਸ਼ਨ। ਇਹਨੂੰ ਲੈ ਕੇ ਤੁਸੀਂ ਗਵਰਨਮੈਂਟ ਨਾਲ ਕੋਈ ਗੱਲਬਾਤ ਕਰੋਗੇ ਜਿੱਦਾਂ ਅਸੀਂ ਜਾਂ ਕੀਤੀ ਹੈ ਕਦੀ? ਬਹੁਤ ਲੈਵਲ ਤੇ ਗੱਲ ਚੱਲ ਰਹੀ ਸਾਡੀ ਆਯੁਸ਼ਮਾਨ ਨਾਲ, ਪਰ ਅਜੇ ਤੱਕ ਤੇ ਕੋਈ ਨਤੀਜਾ ਨਹੀਂ ਨਿਕਲਿਆ। ਹੋ ਸਕਦਾ ਗਵਰਨਮੈਂਟ ਰਿਵਾਈਜ਼ ਕਰ ਲੇ, ਪਰ ਹੁਣ ਅਫਸੋਸ ਦੀ ਗੱਲ ਇਹ ਜਾ ਰਹੀ ਹੈ ਵੀ ਗਵਰਨਮੈਂਟ ਸਗੋਂ ਜਿਹੜੀਆਂ ਬਾਕੀ ਵੀ ਇੰਸ਼ੋਰੈਂਸ ਸਕੀਮਾਂ ਹੈ ਉਹਨਾਂ ਦੇ ਵੀ ਰੇਟ ਘਟਾ ਰਹੇ ਨੇ। ਇਹ ਪ੍ਰਾਈਵੇਟ ਮੈਡੀਕਲ ਐਂਟਰਪ੍ਰਾਈਜ਼ ਜਿਹੜੀ ਕਿ ਹਿੰਦੁਸਤਾਨ ਦੀ ਹੈਲਥ ਕੇਅਰ ਦੀ ਬੈਕਬੋਨ ਹੈ, ਜਿਹੜੀ 70 to 80% ਲੋਕਾਂ ਨੂੰ ਹੈਲਥ ਕੇਅਰ ਮੁਹੱਈਆ ਕਰਦੀ ਹੈ, ਕੁਆਲਿਟੀ ਹੈਲਥ ਕੇਅਰ, ਉਹਦੇ ਤੇ ਲੱਕ ਤੋੜਨ ਵਾਲੀ ਗੱਲ ਹੈਗੀ ਹੈ ਵੀ ਤੁਸੀਂ ਆ ਦੇਖੋ ਨਾ, ਤੁਸੀਂ ਕੀ ਕਹੀਏ, ਤੁਸੀਂ ਉਹ ਤੋਂ ਮਿਕਸੋਪੈਥੀ ਲੈ ਆਏ ਨੇ। ਇਹ ਪੰਜਾਬੀ 'ਚ ਕਹਾਂ ਇਟ ਇਜ਼ ਲਾਈਕ ਰੇਪਿੰਗ ਐਲੋਪੈਥਿਕ ਸਿਸਟਮ ਆਫ ਮੈਡੀਸਿਨ, ਸਮਝੇ ਨਾ। ਔਰ ਅਲਟੀਮੇਟ ਕੀ ਹੋਣਾ, ਇਟ ਵਿਲ ਬੀ ਬੋਥ ਵੇਜ਼। ਆਯੁਸ਼ਮਾਨ ਦਾ ਰਹਿਣਾ ਕੁਛ ਨਹੀਂ, ਆਯੁਸ਼ ਦਾ ਰਹਿਣਾ ਕੁਛ ਨਹੀਂ, ਸਾਰਿਆਂ ਨੇ। ਅਦਰਵਾਈਜ਼ ਵੀ ਤੁਸੀਂ ਦੇਖੋ ਨਾ, ਜਿਹੜੇ ਬੱਚੇ ਆਯੁਸ਼ ਜੁਆਇਨ ਕਰਦੇ ਨੇ BAML, ਅਗਰ ਉਹਨਾਂ ਨੂੰ ਚੋਇਸ ਮਿਲੇ ਕਦੀ ਨਾ ਜੁਆਇਨ ਕਰਨ, ਦੇ ਵਿਲ ਕਮ ਟੂ ਦੀ MBBS ਕੋਰਸ। ਹੁਣ ਉਹਨਾਂ ਦੀ ਫੀਸਾਂ ਇੰਨੀਆਂ ਵਧਾ ਦਿੱਤੀਆਂ, MBBS ਕੋਰਸ ਕਿੱਥੋਂ ਕਰੇ? 8-8 ਲੱਖ ਰੁਪਏ ਸਾਲ ਦੀ ਫੀਸ ਕੌਣ ਦੇਵੇਗਾ? ਜੇ ਪ੍ਰਾਈਵੇਟ ਐਜ ਏ ਗਵਰਨਮੈਂਟ ਹਸਪਤਾਲ ਦੀ ਗੱਲ ਹੈ, ਜੇ ਤੁਸੀਂ ਪ੍ਰਾਈਵੇਟ ਦੇਖੋ ਜਾ ਕੇ 40 ਲੱਖ 50 ਲੱਖ ਕਰੋੜਾਂ 'ਚ। ਇਸੇ ਕਰਕੇ ਇਸ ਵਾਰੀ 400 ਤੋਂ ਉੱਪਰ MBBS ਸੀਟਾਂ ਖਾਲੀ ਰਹਿ ਗਈਆਂ। ਇਹ ਤਾਂ ਇੱਕ ਪੁਰਾਇਆ ਗਵਰਨਮੈਂਟ ਦਾ ਪੋਲੀਟੀਕਲ, ਇਹਦੇ ਬਾਰੇ ਮੈਂ ਪਤਾ ਬੋਲ ਨਹੀਂ ਸਕਦਾ। ਉਹਨੇ ਸਾਡੇ ਚੀਫ ਗੈਸਟ ਨੇ ਦੱਸ ਦਿੱਤਾ ਤੁਹਾਨੂੰ ਸਾਡੀ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਵੀ ਯੂ ਪਲੀਜ਼ ਕੋਆਪਰੇਟ। ਜਦੋਂ ਵੀ ਕੋਈ ਮੰਦਭਾਗੀ ਘਟਨਾ ਹੁੰਦੀ ਹੈ ਕਿਸੇ ਹਸਪਤਾਲ 'ਚ, ਉੱਥੇ ਜਾ ਕੇ ਨਾ ਸਾਰੇ ਚੈਨਲ ਵਾਲੇ ਖੜੇ ਡੋਂਟ ਮਾਈਂਡ ਐਂਡ ਦੇ ਆਲਵੇਜ਼